ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 11ਵੀਂ ਜਮਾਤ ਵਿੱਚ ਲੱਗੇ ਹੋਏ ਪਹਿਲੇ ਸੁਹਾਗ ਦੇ ਬਾਰੇ ਪੜ੍ਹਨ ਜਾ ਰਹੇ ਹਾਂ, ਜਿਸ ਦਾ ਸਿਰਲੇਖ ਹੈਗਾ ਹੈ ਜੀ ਚੜ੍ਹ ਚੁਬਾਰੇ ਸੁੱਤਿਆ। ਇਸ ਦੇ ਵਿੱਚ ਜਿਹੜਾ ਆ ਉਹ ਕੀ ਵਿਚਾਰ ਪੇਸ਼ ਹੋਏ ਨੇ ਕਿ ਇਹਦੇ ਵਿੱਚ ਜਿਹੜੀ ਕਿ ਧੀ ਹੈ, ਇੱਕ ਲੋਕ ਗੀਤ ਹੈ ਜਿਸ ਦੇ ਵਿੱਚ ਇੱਕ ਸੁੰਦਰ ਰੂਪਵਤੀ ਧੀ ਆਪਣੇ ਬਾਬਲ ਅੱਗੇ ਆਪਣੇ ਵਿਆਹ ਦਾ ਜਿਹੜਾ ਆ ਉਹ ਤਰਲਾ ਕਰਦੀ ਹੈ। ਜਿਵੇਂ ਅਸੀਂ ਪੜ੍ਹਿਆ ਕਿ ਸੁਹਾਗ ਜਿਹੜਾ ਆ ਉਹ ਔਰਤਾਂ ਵੱਲੋਂ ਵਿਆਹੀ ਜਾਣ ਵਾਲੀ ਕੁੜੀ ਦੇ ਘਰ ਜਿਹੜਾ ਉਹ ਗਾਏ ਜਾਂਦੇ ਨੇ, ਅਤੇ ਸੁਹਾਗ ਦੇ ਵਿਸ਼ੇ ਜਿਹੜੇ ਨੇ ਉਹ ਇਸੇ ਪ੍ਰਕਾਰ ਹੀ ਲਏ ਜਾਂਦੇ ਨੇ ਕਿ ਕਿਸ ਤਰ੍ਹਾਂ ਜਿਹੜੀ ਹੈ ਉਹ ਇਹਦੇ ਵਿੱਚ ਜਿਹੜਾ ਆ ਉਹ ਜਵਾਨ ਹੋਈ ਧੀ ਦੇ ਸਹੁਰੇ ਜਾਣ ਦਾ ਚਾਅ ਆ ਉਹ ਪ੍ਰਗਟ ਹੋਇਆ ਇਸ ਸੁਹਾਗ ਵਿੱਚ ਮਿਲ ਰਿਹਾ, ਜਿਹਦੇ ਵਿੱਚ ਉਹ ਆਪਣੀ ਬਾਬਲ ਮਾਂ ਚਾਚੇ ਅਤੇ ਚਾਚੀ ਅੱਗੇ ਵਾਸਤਾ ਪਾਉਂਦੀ ਹੈ ਵਿਆਹ ਦਾ। ਸੋ ਇਸ ਸੁਹਾਗ ਨੂੰ ਪੜ੍ਹਦੇ ਹਾਂ ਅਸੀਂ। ਕਹਿੰਦੇ ਚੜ੍ਹ ਚੁਬਾਰੇ ਸੁੱਤਿਆ ਬਾਬਲ ਆਈ ਬਨੇਰੀ ਦੀ ਛਾਂ। ਇਸ ਵਿੱਚ ਇੱਕ ਸੁੰਦਰ ਰੂਪਵਤੀ ਮੁਟਿਆਰ ਜਿਹੜੀ ਆ ਉਹ ਧੀ ਆਪਣੇ ਬਾਬਲ ਅੱਗੇ ਵਿਆਹ ਦਾ ਤਰਲਾ ਪਾਉਂਦੀ ਆ, ਜਿਹੜਾ ਬਾਬਲ ਦਾ ਬੇਫਿਕਰੀ ਨਾਲ ਸੁੱਤਾ ਹੋਇਆ ਉਹਦੇ ਵਿਆਹ ਤੋਂ, ਜਿਹੜਾ ਉਹਨੂੰ ਵਿਆਹ ਦਾ ਚੇਤਾ ਹੀ ਨਹੀਂ ਹੈ ਵੀ ਧੀ ਦਾ ਵਿਆਹ ਵੀ ਕਰਨਾ ਹੈ। ਸੋ ਜਿਹੜੀ ਜਵਾਨ ਹੋਈ ਧੀ ਹੈ ਉਹ ਸਹੁਰੇ ਘਰ ਜਾਣ ਦਾ ਉਹਨੂੰ ਚਾਅ ਆ, ਅਤੇ ਉਹ ਆਪਣੇ ਨੇ ਬਾਬਲ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਚੜ੍ਹ ਚੁਬਾਰੇ 'ਤੇ ਚੜ੍ਹ ਕੇ ਜਿਹੜਾ ਉਹ ਸੁੱਤਾ ਹੋਇਆ ਅਤੇ ਬਨੇਰੇ ਦੀ ਆਈ ਬਨੇਰੇ ਦੀ ਛਾਂ। ਭਾਵ ਕਿ ਜਿਹੜਾ ਆ ਉਹ ਅਥਵਾ ਧੀ ਉਹਨੂੰ ਕਹਿੰਦੀ ਹੈ ਕਿ ਜਿਹੜਾ ਸੂਰਜ ਹੈ ਬਹੁਤ ਜ਼ਿਆਦਾ ਚੜ੍ਹ ਗਿਆ, ਭਾਵ ਬੇਫਿਕਰੀ ਦੇ ਨਾਲ ਉਹਦਾ ਬਾਬਲ ਸੁੱਤਾ ਹੋਇਆ ਔਰ ਉਹਦੇ ਵਿਆਹ ਦੀ ਕੋਈ ਉਹਨੂੰ ਫਿਕਰ ਨਹੀਂ ਹੈਗੀ। ਬਨੇਰੇ ਦੀ ਛਾਂ ਦੱਸਦੀ ਹੈ ਕਿ ਸੂਰਜ ਬਹੁਤ ਚੜ੍ਹ ਗਿਆ ਹੈ। ਫਿਰ ਅੱਗੋਂ ਧੀ ਜਿਹੜੀ ਆ ਉਹ ਬਾਬਲ ਨੂੰ ਕਹਿੰਦੀ ਹੈ ਕਿ ਉਹ ਵੇਸਲਾ ਹੋ ਕੇ ਭਾਵ ਬੇਫਿਕਰਾ ਹੋ ਕੇ ਸੁੱਤਾ ਪਿਆ ਹੈ, ਪਰ ਲੋਕੀ ਜਾਗਦੇ ਨੇ। ਤੂੰ ਸੁੱਤਾ ਲੋਕੀ ਜਾਗਦੇ ਕਰ ਬੇਟੜੀ ਹੋਈ ਮੁਟਿਆਰ। ਭਾਵ ਲੋਕੀ ਜਾਗਦੇ ਨੇ, ਭਾਵ ਲੋਕੀ ਉਸਦੀ ਧੀ ਵੱਲ ਵੇਖਦੇ ਨੇ ਕਿ ਉਹਦੀ ਧੀ ਜਵਾਨ ਹੋ ਚੁੱਕੀ ਹੈ ਅਤੇ ਲੋਕਾਂ ਦੀਆਂ ਨਜ਼ਰਾਂ ਉਹਦੀ ਜਵਾਨ ਧੀ 'ਤੇ ਪੈ ਰਹੀਆਂ। ਇਸ ਕਰਕੇ ਜਿਹੜਾ ਆ ਬਾਬਲ ਨੂੰ ਉਹਦੇ ਵਿਆਹ ਦਾ ਕਾਰਜ ਜਿਹੜਾ ਉਹ ਕਰਨਾ ਚਾਹੀਦਾ ਹੈ। ਛੰਨਾ ਭਰਿਆ ਤਾਂ ਦਾ ਦੁੱਧ ਵਾਰੀ ਨਾਮਣ ਚੱਲੀ ਆ ਤਲਾ। ਛੰਨਾ ਤਾਂ ਭਰਿਆ ਦੁੱਧ ਵਾਰੀ, ਧੀ ਜਾਣੀ ਕਿ ਆਪਣੇ ਬਾਬਲ ਨੂੰ ਕਹਿੰਦੀ ਹੈ ਕਿ ਉਹ ਉੱਤੇ ਕੁਰਬਾਨ ਜਾਂਦੀ ਹੋਈ ਆਪਣੇ ਬਾਬਲ 'ਤੇ ਉਹਨੂੰ ਕਹਿੰਦੀ ਹੈ ਕਿ ਉਹ ਆਪ ਦੁੱਧ ਦਾ ਛੰਨਾ ਲੈ ਕੇ ਤਲਾਅ 'ਤੇ ਨਹਾਉਣ ਚੱਲੀ ਹੈ। ਅਤੇ ਨਾਲ ਕਹਿੰਦੀ ਹੈ ਕਿ ਜੇਕਰ ਮਤਲਬ ਜੇ ਮੈਂ ਉਸ ਛੰਨੇ ਦੁੱਧ ਦੇ ਨਾਲ ਨਹਾਉਣ ਦੇ ਨਾਲ ਜਿਹੜੀ ਹੈ ਮੇਰੀ ਜਵਾਨੀ ਜਿਹੜਾ ਰੂਪ ਹੈ ਉਹ ਨਹੀਂ ਚੜ੍ਹ ਸਕਦਾ। ਹਾਂ, ਸਰੀਰ 'ਤੇ ਮੈਲ ਹੋਵੇ ਤਾਂ ਉਹ ਝੱਟ ਲੈ ਜਾਵੇ, ਪਰ ਜਿਹੜਾ ਰੂਪ ਹੈ ਉਹ ਨਹੀਂ ਚੜ੍ਹ ਸਕਦਾ। ਮੈਲ ਹੋਵੇ ਝੱਟ ਚੜ੍ਹ ਜਾਵੇ ਵਾਰੀ ਰੂਪ ਨਾ ਚੜ੍ਹਿਆ ਜਾ। ਕਿ ਜੇ ਸਰੀਰ 'ਤੇ ਮੈਲ ਲੱਗੀ ਹੋਵੇ ਤਾਂ ਉਹ ਝੱਟ ਹੀ ਲੈ ਜਾਂਦੀ ਹੈ, ਪਰ ਜਿਹੜੀ ਉਹਦੀ ਜਵਾਨੀ ਜਿਹੜਾ ਉਹਦਾ ਰੂਪ ਹੈ ਭਾਵ ਉਹ ਹੁਣ ਪੂਰੀ ਜਿਹੜੀ ਹੈ ਜਵਾਨ ਹੋ ਚੁੱਕੀ ਹੈ, ਵਿਆਹ ਦੇ ਜਿਹੜੇ ਆ ਕਾਬਲ ਹੋ ਚੁੱਕੀ ਹੈ। ਇਸ ਕਰਕੇ ਉਸਦਾ ਵਿਆਹ ਕਰ ਦੇਣਾ ਚਾਹੀਦਾ ਆ, ਅਤੇ ਲੋਕ ਜਿਹੜਾ ਆ ਉਸ ਨੂੰ ਮੈੜੀ ਨਜ਼ਰ ਦੇ ਨਾਲ ਜਿਹੜੇ ਨੇ ਉਹ ਦੇਖਦੇ ਨੇ। ਮਾਏ ਨੀ ਸੁਣ ਮੇਰੀਏ ਵਾਰੀ ਬਾਬਲ ਮੇਰੀ ਨੂੰ ਸਮਝਾ। ਹੁਣ ਜਿਹੜੀ ਧੀ ਹੈ ਉਹ ਮਾਂ ਨੂੰ ਸੰਬੋਧਿਤ ਕਰਦੀ ਹੋਈ ਕਹਿੰਦੀ ਹੈ ਕਿ ਤੂੰ ਮੇਰੇ ਬਾਬਲ ਨੂੰ ਸਮਝਾ। ਕੀ ਸਮਝਾ? ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ। ਸਾਵਰੇ ਭਾਵ ਸਹੁਰੇ ਜਿਹੜੀਆਂ ਨੇ ਚਲੀਆਂ ਗਈਆਂ ਨੇ ਸਾਡੇ ਮਨ ਵਿੱਚ ਆ, ਅਤੇ ਮੇਰੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਬਾਬਲ ਰੋਂਦੇ ਦੀ ਦਾੜੀ ਭਿੱਜੀ ਵਾਰੀ ਮਾਏ ਨੇ ਦਰਿਆ ਚਲਾ। ਫਿਰ ਜਿਹੜੀ ਆ ਉਹ ਧੀ ਅੱਗੋਂ ਜਿਹੜੀ ਉਹਦੇ ਫਿਕਰ ਵਿੱਚ ਆਪਣੇ ਮਤਲਬ ਬਾਪ ਨੂੰ ਦੱਸਦੀ ਹੈ ਕਿ ਬਾਪ ਜਿਹੜਾ ਉਹ ਧੀ ਦੇ ਫਿਕਰ ਵਿੱਚ ਜਿਹੜੀ ਆ ਉਹ ਰੋ ਕੇ ਦਾੜੀ ਭਿੱਜ ਗਈ ਹੈ। ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਦੇ ਦਰਿਆ ਜਿਹੜੇ ਮਾਂ ਨੇ ਚਲਾ ਦਿੱਤੇ ਹੈ। ਉਸ ਤੋਂ ਬਾਅਦ ਧੀ ਦੱਸਦੀ ਹੈ ਕਿ ਵੀਰੇ ਰੋਂਦੇ ਦਾ ਰੁਮਾਲ ਭਿੱਜਾ। ਅਤੇ ਧੀ ਦਾ ਜਿਹੜਾ ਆ ਭੈਣ ਦਾ ਜਿਹੜਾ ਪਿਆਰ ਦੇ ਵਿੱਚ ਜਿਹੜਾ ਆ ਉਹ ਵੀਰੇ ਦਾ ਵੀ ਰੁਮਾਲ ਭਿੱਜ ਗਿਆ। ਭਾਬੋ ਦੇ ਮਨ ਵਿੱਚ ਚਾਅ, ਅਤੇ ਭਾਬੋ ਦੇ ਮਨ ਵਿੱਚ ਚਾਅ ਕਿਉਂ ਹੈ? ਕਿਉਂਕਿ ਉਹਦੀ ਜਿਹੜੀ ਨਨਾਣ ਹੈ ਉਹਦੇ ਮਨ ਦੀ ਇੱਛਾ ਪੂਰੀ ਹੋਣ ਵਾਲੀ ਹੈ, ਭਾਵ ਉਹਦਾ ਮਨ ਚਾਹੁੰਦਾ ਵਰ ਜਿਹੜਾ ਹੈ ਉਹਨੂੰ ਮਿਲਣ ਵਾਲਾ ਹੈ, ਅਤੇ ਉਹਦੀ ਨਨਾਣ ਦਾ ਵਿਆਹ ਦਾ ਕਾਰਜ ਹੋ ਰਿਹਾ। ਇਸ ਕਰਕੇ ਭਾਬੀ ਦੇ ਮਨ ਵਿੱਚ ਚਾਅ ਆ। ਉਸ ਤੋਂ ਬਾਅਦ ਅੱਗੇ ਫਿਰ ਚਾਚੇ ਨੂੰ ਸੰਬੋਧਿਤ ਕਰਦੀ ਆ, ਠੀਕ ਹੈ। ਚੜ੍ਹ ਚੁਬਾਰੇ ਸੁੱਤਿਆ ਚਾਚਾ ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀ ਜਾਗਦੇ ਘਰ ਭਤੀਜੀ ਹੋਈ ਮੁਟਿਆਰ। ਚਾਚੇ ਨੂੰ ਜਾਣੀ ਕਿ ਧੀ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਆ ਉਹ ਬੇਫਿਕਰਾ ਹੋਇਆ ਆ ਕਿ ਭਤੀਜੀ ਦਾ ਵਿਆਹ ਦਾ ਕਾਰਜ ਕਰਨਾ ਆ, ਪਰ ਉਹ ਜਿਹੜਾ ਆ ਸੁੱਤਾ ਹੋਇਆ ਆ, ਅਤੇ ਬਨੇਰੇ ਦੀ ਛਾਂ ਜਿਹੜੀ ਉਹ ਆ ਭਾਵ ਸੂਰਜ ਕਾਫੀ ਚੜ੍ਹ ਗਿਆ ਹੈ। ਚੜ੍ਹਨ ਤੋਂ ਭਾਵ ਕਿ ਲੋਕੀ ਜਿਹੜੇ ਜਾਗਦੇ ਨੇ ਔਰ ਦੇਖ ਰਹੇ ਨੇ ਕਿ ਜਿਹੜੀ ਉਹਨਾਂ ਦੀ ਧੀ ਜਿਹੜੀ ਅਜੇ ਨਹੀਂ ਵਿਆਹੀ ਹੋਈ। ਇਸ ਕਰਕੇ ਚਾਚੇ ਨੂੰ ਜਿਹੜਾ ਵਿਆਹ ਦਾ ਕਾਰਜ ਧੀ ਦਾ ਕਰਨਾ ਚਾਹੀਦਾ ਆਪਣੀ ਭਤੀਜੀ ਦਾ। ਛੰਨਾ ਤਾਂ ਭਰਿਆ ਦੁੱਧ ਵਾਰੀ ਨਹਾਉਣ ਚੱਲੀ ਆ ਦਰਿਆ। ਧੀ ਅੱਗੋਂ ਕਹਿੰਦੀ ਕਿ ਜੇ ਮੈਂ ਜਿਹੜਾ ਆ ਛੰਨਾ ਦੁੱਧ ਲੈ ਕੇ ਦਰਿਆ 'ਤੇ ਨਹਾਉਣ ਚੱਲੀ ਹਾਂ, ਅਤੇ ਜੇ ਮੈਲ ਹੋਵੇਗੀ ਤਾਂ ਝੱਟ ਲੈ ਜਾਏਗੀ, ਪਰ ਜਿਹੜਾ ਮੇਰਾ ਜਵਾਨੀ ਹੈ ਮੇਰਾ ਰੂਪ ਹੈ ਉਹ ਨਹੀਂ ਝੜ ਸਕਦਾ। ਇਸ ਕਰਕੇ ਉਹਨਾਂ ਨੂੰ ਵਿਆਹ ਦਾ ਕਾਰਜ ਮੇਰਾ ਕਰਨਾ ਚਾਹੀਦਾ ਆ। ਚਾਚੀ ਨਹੀਂ ਸੁਣ ਮੇਰੀਏ ਵਾਰੀ। ਹੁਣ ਚਾਚੀ ਨੂੰ ਸੰਬੋਧਿਤ ਹੁੰਦੀ ਹੈ ਧੀ, ਚਾਚੇ ਮੇਰੇ ਨੂੰ ਸਮਝਾ ਕਿ ਤੂੰ ਮੇਰੇ ਚਾਚੇ ਨੂੰ ਸਮਝਾ। ਸਾਡੇ ਹਾਣ ਦੀਆਂ ਤਾਂ ਸਾਵਰੇ ਵਾਰੀ ਸਾਰੜੇ ਮਨ ਵਿੱਚ ਚਾਅ, ਕਿ ਮੇਰੇ ਨਾਲ ਦੀਆਂ ਸਾਰੇ ਸਹੁਰੀਆਂ ਚਲੀਆਂ ਗਈਆਂ ਅਤੇ ਮੇਰੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਆ।
ਚਾਚੇ ਰੋਂਦੇ ਦੀ ਦਾੜੀ ਭਿੱਜੀ ਚਾਚੀ ਨੇ ਦਰਿਆ ਚਲਾ। ਤੇ ਧੀ ਦੇ ਵਿਛੋੜੇ ਵਿੱਚ ਜਿਹੜਾ ਆ, ਧੀ ਦੇ ਪਿਆਰ ਵਿੱਚ ਚਾਚੇ ਦੀ ਵੀ ਦਾੜੀ ਭਿੱਜੀ ਹੋਈ ਹੈ। ਚਾਚੀ ਨੇ ਵੀ ਰੋ ਰੋ ਕੇ ਦਰਿਆ ਚਲਾਏ ਹੋਏ ਨੇ। ਵੀਰੇ ਰੋਂਦੇ ਦਾ ਵੀ ਰੁਮਾਲ ਭਿੱਜ ਗਿਆ ਤੇ ਭਾਬੀ ਦੇ ਮਨ ਵਿੱਚ ਚਾਅ ਆ। ਕਿਉਂ ਚਾਅ ਆ? ਕਿਉਂਕਿ ਜਿਹੜਾ ਆ ਉਹ ਉਹਦੀ ਨਨਾਣ ਦੀ ਇੱਛਾ ਪੂਰੀ ਹੋਣੀ ਹੈ। ਠੀਕ ਹੈ। ਸੋ ਇਸ ਪ੍ਰਕਾਰ ਦੇ ਨਾਲ ਇਹਦੇ ਵਿੱਚ 4 ਜਣਿਆਂ ਨੂੰ ਸੰਬੋਧਨ ਕੀਤਾ ਗਿਆ ਆ ਧੀ ਵੱਲੋਂ। ਪਹਿਲਾਂ ਬਾਬਲ ਨੂੰ, ਫਿਰ ਮਾਂ ਨੂੰ, ਫਿਰ ਚਾਚੇ ਨੂੰ, ਤੇ ਫਿਰ ਜਿਹੜਾ ਆ ਉਹ ਚਾਚੀ ਨੂੰ। ਇਸ ਤਰੀਕੇ ਨਾਲ ਬਾਰ-ਬਾਰ ਵਾਕਾਂ ਦਾ ਵੀ ਦੁਹਰਾਓ ਜਿਹੜਾ ਉਹ ਰਹਿ, ਲੈ, ਤਾਲ, ਸੁਰ ਨੂੰ ਪੈਦਾ ਕਰਨ ਵਾਸਤੇ ਕੀਤਾ ਗਿਆ। ਅਸੀਂ ਪੜ੍ਹਿਆ ਹੋਇਆ ਕਿ ਸੁਹਾਗ ਵਿੱਚ ਇੱਕੋ ਵਾਕ ਅੰਸ਼ਾਂ ਸ਼ਬਦਾਂ ਦਾ ਜਿਹੜਾ ਵਾਰ-ਵਾਰ ਦੁਹਰਾਓ ਜਿਹੜਾ ਉਹ ਮਿਲਦਾ ਆ। ਸੋ ਇੱਕ ਵਾਰੀ ਦੁਬਾਰਾ ਇਹਨੂੰ ਰਿਕਾਲ ਕਰ ਲੈਂਦੇ ਹਾਂ ਤੇ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਕੀ ਕਿਹਾ ਗਿਆ। ਸੋ ਇਸ ਪੂਰੇ ਸੁਹਾਗ ਦੇ ਵਿੱਚ ਜਿਹੜਾ ਆ ਉਹ ਰੂਪਵਤੀ ਮੁਟਿਆਰ ਦੇ ਦਿਲ ਵਿੱਚ ਸਹੁਰੇ ਜਾਣ ਦਾ ਚਾਅ ਆ। ਅਤੇ ਉਹ ਜਾਣੀ ਕਿ ਬਾਪ ਜਿਹਨੂੰ ਜਿਹੜੀ ਜਵਾਨ ਧੀ ਆ ਉਹ ਵਾਹ ਵੱਲੋਂ ਵੇਸਲਾ ਹੁੰਦਾ ਦੱਸਦੀ ਹੈ। ਅਤੇ ਧੀ ਕਹਿੰਦੀ ਹੈ ਕਿ ਜੋ ਲੋਕ ਗੱਲਾਂ ਕਰਦੇ ਨੇ ਕਿ ਉਸਦੀ ਧੀ ਜਿਹੜੀ ਜਵਾਨ ਹੈ ਉਹ ਘਰੇ ਬੈਠੀ ਹੈ। ਧੀ ਆਪਣੀ ਮਾਂ ਨੂੰ ਵੀ ਆਖਦੀ ਹੈ ਕਿ ਉਹ ਆਪਣੇ ਬਾਪ ਨੂੰ ਮਤਲਬ ਕਿ ਉਸਦੇ ਬਾਪ ਨੂੰ ਸਮਝਾਵੇ ਕਿ ਉਸਦੀਆਂ ਦੀਆਂ ਸਾਰੇ ਸਹੁਰੇ ਚਲੀਆਂ ਗਈਆਂ ਨੇ ਅਤੇ ਉਹਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਆ। ਇਸੇ ਸੋਚ ਵਿੱਚ ਉਸਦਾ ਬਾਪ, ਉਸਦੀ ਮਾਂ, ਉਸਦਾ ਭਰਾ ਪਰੇਸ਼ਾਨ ਨੇ। ਮੁਟਿਆਰ ਆਪਣੇ ਚਾਚੇ ਨੂੰ ਵੀ ਆਪਣੇ ਬਾਪ ਵਾਲੀ ਸਥਿਤੀ ਵਿੱਚ ਰੱਖ ਕੇ ਮਹਿਸੂਸ ਕਰਦੀ ਹੈ ਅਤੇ ਮਾਂ ਵਾਂਗ ਹੀ ਆਪਣੀ ਚਾਚੀ ਨੂੰ ਆਖਦੀ ਹੈ ਕਿ ਉਹ ਚਾਚੇ ਨੂੰ ਸਮਝਾਵੇ। ਅਤੇ ਉਸਦੀ ਭਤੀਜੀ ਦੀਆਂ ਦੀਆਂ ਜਿਹੜੀਆਂ ਕੁੜੀਆਂ ਸੀ ਉਹ ਸਾਰੇ ਸਹੁਰਿਆਂ ਚਲੀਆਂ ਗਈਆਂ ਨੇ ਅਤੇ ਉਹਦੇ ਮਨ ਵਿੱਚ ਵੀ ਸਹੁਰੇ ਜਾਣ ਦਾ ਚਾਅ ਹੈ। ਜਿਸ ਕਰਕੇ ਸਾਰੇ ਜਾਣ ਕੇ ਮਿਲ ਕੇ ਉਹਦਾ ਵਿਆਹ ਦਾ ਕਾਰਜ ਜਿਹੜਾ ਆ ਉਹ ਕੀਤਾ ਜਾਵੇ। ਅਤੇ ਇਸ ਸੁਹਾਗ ਵਿੱਚ ਚੜ੍ਹ ਚੁਬਾਰੇ ਸੁੱਤਿਆਂ ਵਿੱਚ ਮੁਟਿਆਰ ਜਿਹੜੀ ਆ ਬਾਪ, ਮਾਂ, ਚਾਚੇ ਅਤੇ ਚਾਚੀ ਅੱਗੇ ਆਪਣੇ ਵਿਆਹ ਦਾ ਤਰਲਾ ਵਾਸਤਾ ਪਾਉਂਦੀ ਹੈ। ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।